ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਇਸ ਵੀਡੀਓ ਦੇ ਅੰਦਰ ਬੱਚੇ ਅਸੀਂ ਪੰਜਾਬੀ ਮੀਡੀਅਮ ਦੇ ਵਿੱਚ ਸਾਇੰਸ ਕਰਨ ਜਾ ਰਹੇ ਹਾਂ, ਜੋ ਕਿ ਕਲਾਸ 9th ਦਾ ਚੈਪਟਰ ਨੰਬਰ 8 ਹੈ। ਸੋ ਇਸ ਵੀਡੀਓ ਦੇ ਅੰਦਰ ਅਸੀਂ ਪੜ੍ਹਾਂਗੇ ਰੇਟ ਆਫ ਚੇਂਜ ਆਫ ਵੈਲੋਸਿਟੀ, ਵੇਗ ਦੇ ਪਰਿਵਰਤਨ ਦੀ ਦਰ। ਠੀਕ ਹੈ, ਕਿਸੇ ਵਸਤੂ ਦੀ ਇੱਕ ਸਮਾਨ ਸਰਲ ਰੇਖਾ ਬੱਚੇ ਯੂਨੀਫਾਰਮ ਲੀਨੀਅਰ ਮੋਸ਼ਨ, ਮਤਲਬ ਜਦੋਂ ਇੱਕ ਸਿੱਧੀ ਰੇਖਾ ਦੇ ਵਿੱਚ, ਇੱਕ ਸਟ੍ਰੇਟ ਲਾਈਨ ਦੇ ਅੰਦਰ ਜਦੋਂ ਕੋਈ ਵਸਤੂ ਚੱਲਦੀ ਆ, ਕੋਈ ਕਾਰ, ਕੋਈ ਮੋਟਰਸਾਈਕਲ ਚੱਲਦਾ, ਜਦੋਂ ਉਹਦੀ ਕਹਿ ਲਓ ਸਪੀਡ ਇੱਕੋ ਜਿਹੀ ਹੋਵੇ, ਉਹਦਾ ਵੇਗ ਇੱਕੋ ਜਿਹਾ ਹੋਵੇ, ਅਸੀਂ ਉਹਨੂੰ ਸਰਲ ਰੇਖਾ ਗਤੀ ਕਹਿ ਦਿੰਦੇ ਹਾਂ। ਠੀਕ ਹੈ, ਅਤੇ ਦਰ ਵੇਗ ਸਮੇਂ ਦੇ ਨਾਲ ਸਥਿਰ ਰਹਿੰਦਾ ਹੈ। ਅਗਰ ਉਹ ਯੂਨੀਫਾਰਮ ਮੋਸ਼ਨ ਦੇ ਅੰਦਰ ਆ, ਸਰਲ ਰੇਖਾ ਗਤੀ ਦੇ ਅੰਦਰ ਆ, ਤਾਂ ਜਿਹੜੀ ਕਾਰ ਦੀ ਸਪੀਡ ਆ, ਵੇਗ ਆ, ਉਹ ਕੀ ਹੁੰਦਾ ਆ, ਇੱਕੋ ਜਿਹੀ ਰਹਿੰਦੀ ਆ, ਮਤਲਬ ਨਹੀਂ ਬਦਲਦੀ। ਇਸ ਅਵਸਥਾ ਵਿੱਚ ਕਿਸੇ ਵੀ ਸਮੇਂ ਅੰਤਰਾਲ ਵਿੱਚ ਵਸਤੂ ਦੇ ਵੇਗ ਵਿੱਚ ਅੰਤਰ ਸਿਫਰ ਹੁੰਦਾ ਹੈ। ਇਹਦਾ ਮਤਲਬ A ਪੁਆਇੰਟ ਤੋਂ ਲੈ ਕੇ B ਪੁਆਇੰਟ ਤੱਕ ਅਗਰ ਤੁਸੀਂ ਸਕੂਟੀ ਜਾਂ ਕਾਰ ਚਲਾ ਰਹੇ ਆ, A ਤੋਂ ਲੈ ਕੇ B ਦੇ ਦੌਰਾਨ ਜਿਹੜਾ ਤੁਸੀਂ ਸਫ਼ਰ ਤੈਅ ਕੀਤਾ, ਉਹ 'ਚ ਬਿਲਕੁਲ ਵੀ ਤੁਸੀਂ ਆਪਣੀ ਜਿਹੜਾ ਵੇਗ ਆ ਉਹ ਨਹੀਂ ਬਦਲਿਆ। ਜੇ ਵੇਗ ਹੀ ਨਹੀਂ ਬਦਲੂਗੇ ਤਾਂ ਸਮਾਂ ਅੰਤਰਾਲ, ਜੋ ਟਾਈਮ ਇੰਟਰਵਲ ਹੋਏਗਾ, ਉਹ ਕੀ ਹੋਏਗਾ, ਸਿਫਰ ਮਤਲਬ 0 ਹੋਏਗਾ। ਠੀਕ ਹੈ, ਪਰੰਤੂ ਅਸਮਾਨ ਗਤੀ ਵਿੱਚ ਵੇਗ ਸਮੇਂ ਦੇ ਨਾਲ ਬਦਲਦਾ ਹੈ। ਅਗਰ ਤੁਸੀਂ ਅਸਮਾਨ ਗਤੀ ਦੇ ਨਾਲ ਤੁਰਦੇ ਆ, ਮੰਨ ਲਓ ਤੁਸੀਂ ਜਦੋਂ ਸਟਾਰਟ ਕੀਤਾ ਆਪਣਾ ਸਕੂਟਰ, ਮੋਟਰਸਾਈਕਲ, ਉਦੋਂ 30 ਦੀ ਸਪੀਡ 'ਤੇ ਸੀ। ਜਿੱਦਾਂ ਹੀ ਤੁਸੀਂ ਅੱਗੇ ਵੱਧਦੇ ਗਏ 40 ਦੀ ਸਪੀਡ 'ਤੇ ਹੋ ਗਏ, ਫਿਰ 50 ਦੀ ਸਪੀਡ ਕਰ ਲਈ, ਫਿਰ ਘਟਾ ਕੇ 30 ਦੀ ਸਪੀਡ ਕਰ ਲਈ। ਮਤਲਬ A ਤੋਂ ਲੈ ਕੇ B ਤੱਕ ਜਾਂਦੇ ਜਾਂਦੇ ਤੁਸੀਂ ਆਪਣੀ ਕਾਰ ਜਾਂ ਸਕੂਟੀ ਦੀ ਜਿਹੜੀ ਆ ਸਪੀਡ ਕਾਫੀ ਵਾਰ ਵਧਾਈ ਜਾਂ ਘਟਾਈ। ਠੀਕ ਹੈ, ਉਹਨੂੰ ਅਸੀਂ ਅਸਮਾਨ ਗਤੀ ਜਾਂ ਨੋਨ ਯੂਨੀਫਾਰਮ ਮੋਸ਼ਨ ਕਹਿ ਦਿੰਦੇ ਹਾਂ। ਸੋ ਇਹਦੇ ਵਿੱਚ ਵੇਗ ਸਮੇਂ ਦੇ ਨਾਲ ਬਦਲਦਾ ਹੈ। ਠੀਕ ਹੈ, ਸਪੀਡ ਜਿਹੜੀ ਆ ਉਹ ਸਮੇਂ ਦੇ ਨਾਲ ਬਦਲ ਜਾਂਦੀ ਹੈ। ਇਸ ਦਾ ਮਾਣ ਵੱਖ-ਵੱਖ ਸਮੇਂ 'ਤੇ ਅਤੇ ਮਾਰਗ ਦੇ ਵੱਖ-ਵੱਖ ਬਿੰਦੂਆਂ 'ਤੇ ਵੱਖ-ਵੱਖ ਹੁੰਦਾ ਹੈ। ਸੋ A ਤੋਂ ਲੈ ਕੇ B ਪੁਆਇੰਟ ਤੱਕ ਕਹਿੰਦੇ ਅਲੱਗ-ਅਲੱਗ ਬਿੰਦੂਆਂ 'ਤੇ ਅਗਰ ਅਸੀਂ ਗੱਲ ਕਰੀਏ ਤਾਂ ਸਮਾਂ ਵੀ ਅਲੱਗ-ਅਲੱਗ ਹੋਏਗਾ, ਤਾਂ ਵੇਗ ਵੀ ਅਲੱਗ-ਅਲੱਗ ਹੋਏਗਾ। ਇਸ ਤਰ੍ਹਾਂ ਕਿਸੇ ਵੀ ਸਮੇਂ ਅੰਤਰਾਲ 'ਤੇ ਵਸਤੂ ਦੇ ਵੇਗ ਵਿੱਚ ਪਰਿਵਰਤਨ ਸਿਫਰ ਨਹੀਂ ਰਹਿੰਦਾ। ਇਹਦਾ ਮਤਲਬ ਅਗਰ ਅਸੀਂ C ਅਤੇ D ਦੇ ਵਿਚਕਾਰਲਾ ਵੇਗ ਪਤਾ ਕਰੀਏ ਤਾਂ ਕੀ ਹੋਏਗਾ, ਇੱਕੋ ਜਿਹਾ ਨਹੀਂ ਹੁੰਦਾ, ਨਾ ਹੀ ਸਿਫਰ ਹੁੰਦਾ ਅਤੇ ਨਾ ਹੀ ਇੱਕੋ ਜਿਹਾ ਹੁੰਦਾ ਆ। ਕਿ ਤੁਸੀਂ ਹੁਣ ਅਸੀਂ ਵਸਤੂ ਦੇ ਵੇਗ ਨੂੰ, ਪਰਿਵਰਤਨ ਨੂੰ ਬਿਆਨ ਕਰ ਸਕਦੇ ਹਾਂ ਕਿ ਅਸੀਂ ਵੇਗ ਨੂੰ ਦੱਸ ਸਕਦੇ ਹਾਂ ਵੀ ਕਿਸ ਰੇਟ ਦੇ ਅੰਦਰ ਲਿਖਾਂਗੇ। ਤਾਂ ਬਿਲਕੁਲ ਵੇਗ ਨੂੰ ਅਸੀਂ ਮਾਪ ਸਕਦੇ ਹਾਂ ਪਰਿਵੇਗ ਦੇ ਨਾਲ। ਠੀਕ ਹੈ, ਜਿਹਨੂੰ ਕਿ ਐਕਸਲਰੇਸ਼ਨ ਕਿਹਾ ਜਾਂਦਾ ਹੈ, ਜੋ ਕਿ ਇੱਕ ਵਸਤੂ ਦੀ ਇਕਾਈ ਸਮੇਂ ਵਾਲੇ ਵੇਗ ਦੇ ਪਰਿਵਰਤਨ ਦੇ ਮਾਪ ਦੇ ਬਰਾਬਰ ਹੈ। ਸੋ ਪਰਿਵੇਗ ਨੂੰ ਕਿਸ ਤਰੀਕੇ ਨਾਲ ਲਿਖਾਂਗੇ, ਪਰਿਵੇਗ ਇਜ਼ ਇਕੁਅਲ ਟੂ ਵੇਗ ਵਿੱਚ ਪਰਿਵਰਤਨ ਡਿਵਾਈਡਡ ਬਾਈ ਟੋਟਲ ਟਾਈਮ। ਟੋਟਲ ਟਾਈਮ ਕਿੰਨਾ ਹੋਏਗਾ, ਕਿੰਨਾ ਸਮਾਂ ਲੱਗਿਆ। ਸੋ ਬੱਚਿਆਂ ਇੰਪੋਰਟੈਂਟ ਫਾਰਮੂਲਾ ਆ, ਸੋ ਇਹਨੂੰ ਧਿਆਨ ਨਾਲ ਯਾਦ ਕਰਨਾ। ਪਰਿਵੇਗ ਇਜ਼ ਇਕੁਅਲ ਟੂ ਵੇਗ ਵਿੱਚ ਪਰਿਵਰਤਨ, ਮਤਲਬ ਜਿਹੜੀ ਤੁਸੀਂ ਵੈਲੋਸਿਟੀ ਬਾਰ-ਬਾਰ ਚੇਂਜ ਕਰ ਰਹੇ ਆ, ਡਿਵਾਈਡਡ ਬਾਈ ਟੋਟਲ ਟਾਈਮ, ਕਿੰਨਾ ਸਮਾਂ ਲੱਗਿਆ। ਠੀਕ ਹੈ, ਜੇ ਕਿਸੇ ਵਸਤੂ ਦਾ ਵੇਗ ਆਰੰਭਿਕ ਵੇਗ u ਹੋਵੇ, ਜਿੱਥੋਂ ਬੱਚੇ ਤੁਸੀਂ ਸਟਾਰਟ ਕੀਤਾ ਪੁਆਇੰਟ, ਮੰਨ ਲਓ ਤੁਸੀਂ A ਤੋਂ ਸ਼ੁਰੂ ਹੋਏ ਆ, ਤਾਂ A 'ਤੇ ਕੀ ਹੋਏਗਾ, ਆਰੰਭਿਕ ਵੇਗ। ਠੀਕ ਹੈ, ਇੱਥੇ ਤੁਹਾਡੀ ਵੈਲੋਸਿਟੀ ਕਿੰਨੀ ਆ, u। ਜਦੋਂ ਤੁਸੀਂ A ਪੁਆਇੰਟ ਤੋਂ ਚੱਲ ਕੇ B ਪੁਆਇੰਟ ਤੱਕ ਗਏ, B ਪੁਆਇੰਟ 'ਤੇ ਜਿਹੜਾ ਤੁਹਾਡਾ ਵੇਗ ਹੋਏਗਾ ਉਹ ਕਿੰਨਾ ਹੋਏਗਾ, v। ਤਾਂ ਪਰਿਵੇਗ ਮਤਲਬ ਕਿ ਐਕਸਲਰੇਸ਼ਨ ਨੂੰ ਕਿੱਦਾਂ ਲਿਖਾਂਗੇ, ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ। ਐਂਡ ਵਾਲੀ ਵੈਲੋਸਿਟੀ ਵਿੱਚੋਂ ਜਿਹੜੀ, ਜਦੋਂ ਤੁਸੀਂ ਕਾਰ ਸਕੂਟਰ ਚਲਾਉਣਾ ਸ਼ੁਰੂ ਕੀਤਾ ਤਾਂ ਪਹਿਲੀ ਵਾਲੀ ਵੈਲੋਸਿਟੀ ਨੂੰ ਕੀ ਕਰ ਦੇਣਾ, ਮਾਈਨਸ ਕਰ ਦੇਣਾ। ਸੋ ਅਖੀਰ ਵਾਲੀ ਵੈਲੋਸਿਟੀ ਮਾਈਨਸ ਸ਼ੁਰੂਆਤ ਵਾਲੀ ਵੈਲੋਸਿਟੀ। ਸੋ ਆਰੰਭਿਕ ਵੇਗ ਮਾਈਨਸ ਅਖੀਰ ਵਾਲਾ ਵੇਗ ਡਿਵਾਈਡਡ ਬਾਏ ਟੋਟਲ ਟਾਈਮ, ਕੁੱਲ ਸਮਾਂ ਕਿੰਨਾ ਲੱਗਿਆ। ਠੀਕ ਹੈ, ਇਸ ਤਰ੍ਹਾਂ ਦੀ ਗਤੀ ਨੂੰ ਪਰਿਵੇਗਿਤ ਗਤੀ ਕਿਹਾ ਜਾਂਦਾ ਹੈ, ਐਕਸਲਰੇਟਿਡ ਮੋਸ਼ਨ ਕਿਹਾ ਜਾਂਦਾ ਹੈ, ਜੇਕਰ ਪਰਿਵੇਗ ਵੇਗ ਦੀ ਦਿਸ਼ਾ ਵਿੱਚ ਹੋਵੇ। ਜੇ ਬੱਚੇ ਜਿਸ ਦਿਸ਼ਾ ਦੇ ਅੰਦਰ ਤੁਸੀਂ ਆਪਣੀ ਕਾਰ ਸਕੂਟਰ ਚਲਾ ਰਹੇ ਹੋ, ਉਸੇ ਦਿਸ਼ਾ ਦੇ ਅੰਦਰ ਤੁਹਾਡਾ ਪਰਿਵੇਗ ਹੋਵੇ, ਤਾਂ ਇਸ ਨੂੰ ਧਨਾਤਮਕ ਲਿਖਿਆ ਜਾਂਦਾ ਹੈ ਕਿ ਤੁਹਾਡੀ ਜਿਹੜੀ ਐਕਸਲਰੇਸ਼ਨ ਦੀ ਵੈਲਿਊ ਆ, ਵੇਗ ਦੀ ਜੋ ਵੈਲਿਊ ਆ, ਉਹ ਪੋਜ਼ੀਟਿਵ ਹੋਏਗੀ। ਜੇਕਰ ਉਹਦੇ ਉਲਟ ਦਿਸ਼ਾ ਦੇ ਵਿੱਚ ਹੋਵੇ ਤਾਂ ਜਿਹੜਾ ਤੁਹਾਡਾ ਪਰਿਵੇਗ ਆ ਉਹ ਨੈਗੇਟਿਵ, ਰਿਣਾਤਮਕ ਵਿੱਚ ਹੋਏਗਾ। ਸੋ ਆਹ ਚੀਜ਼ਾਂ ਯਾਦ ਕਰ ਲੈਣਾ ਬੱਚਾ। ਜੇ ਵੇਗ ਪਰਿਵੇਗ ਦੋਨੋਂ ਇੱਕ ਰੇਖਾ ਵਿੱਚ ਹੋਣ, ਇੱਧਰ ਹੀ ਪਰਿਵੇਗ ਆ ਔਰ ਇੱਧਰ ਹੀ ਵੇਗ ਆ, ਤਾਂ ਇਹਨੂੰ ਕਾਹਦੇ ਵਿੱਚ ਮੈਜਰ ਕਰਾਂਗੇ, ਪੋਜ਼ੀਟਿਵ ਦੇ ਵਿੱਚ। ਮੰਨ ਲਓ ਜਿਹੜੇ ਤੁਹਾਡਾ ਵੇਗ ਆ ਉਹ ਇੱਕ ਪਾਸੇ ਹੋਵੇ, ਇੱਧਰ ਤੁਹਾਡਾ ਵੇਗ ਆ ਔਰ ਇਹ ਤੋਂ ਉਲਟ ਦਿਸ਼ਾ ਦੇ ਵਿੱਚ
ਪਰਿਵੇਗ ਆ। ਸੋ ਦੋਨੋਂ ਉਲਟ ਦਿਸ਼ਾ ਦੇ ਵਿੱਚ ਆ ਤਾਂ ਇੱਥੇ ਕੀ ਹੋਏਗਾ, ਇਹਨੂੰ ਨੈਗੇਟਿਵ ਦੇ ਵਿੱਚ ਜਾਂ ਰਿਣਾਤਮਕ ਵਿੱਚ ਗਿਣਿਆ ਜਾਂਦਾ ਹੈ। ਠੀਕ ਹੈ, ਸੋ ਇਸ ਦੀ SI ਇਕਾਈ ਕੀ ਹੈ, ਮੀਟਰ ਪਰ ਸੈਕਿੰਡ ਸਕੁਅਰ। ਠੀਕ ਹੈ ਬੱਚੇ, ਵੇਗ ਦੀ SI यूनिट्स की है, SI इकाई की है मीटर पर सेकंड, और परिवेग दी जो इकाई आ वो की है मीटर पर सेकंड स्क्वायर। सो आ दो चीज़ां बहुत ही ध्यान दे नाल याद कर लेना। हो सकता तुहानूं MCQs फिलिंग द ब्लैंक दे विच ये चीज़ां पुछियां जाण। ठीक है, जेकर कोई वस्तु सरल रेखा विच चलदी है, सरल रेखा की है बच्चे, सीधी रेखा दे विच चलदी है, तो इसदा वेग बराबर समय अंतराल विच बराबर मात्रा दे विच घटदा या वधदा है। ਇਹਦਾ मतलब कोई भी कह लो ਤੁਹਾਡੀ जे वेग ਤੁਸੀਂ ਇੱਕੋ ਹੀ ਰੇਖਾ ਦੇ ਅੰਦਰ ਜਾ ਰਹੇ ਆ ਤੇ ਘਟਦਾ ਵੱਧਦਾ ਆ, ਨਹੀਂ ਵੱਧਦਾ, ਤਾਂ ਉਹਨੂੰ ਅਸੀਂ ਕੀ ਕਵਾਂਗੇ, ਯੂਨੀਫਾਰਮ ਐਕਸਲਰੇਸ਼ਨ ਜਾਂ ਸਮਾਨ ਵੇਗ ਕਿਹਾ ਜਾਂਦਾ ਹੈ। ਸੋ ਬੱਚੇ ਆ ਤੁਹਾਡੀ ਡੈਫੀਨੇਸ਼ਨ ਆ, ਇਹ ਤੁਸੀਂ ਯਾਦ ਕਰਨੀ ਆ। ਹੋ ਸਕਦਾ ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾਵੇ ਸਮਾਨ ਪਰਿਵੇਗ ਕੀ ਹੈ, ਤਾਂ ਤੁਸੀਂ ਇਹ ਵਾਲੀ ਜੋ ਡੈਫੀਨੇਸ਼ਨ ਆਪਣੀ ਕਾਪੀ ਦੇ ਉੱਪਰ ਲਿਖਣੀ ਹੈ। ਠੀਕ ਹੈ, ਰੂਪ ਵਿੱਚ ਆਪਣੇ ਆਪ ਡਿੱਗਦੀ ਹੋਈ ਵਸਤੂ ਇੱਕ ਸਮੇਂ ਪਰਿਵੇਗ ਦੀ ਉਦਾਹਰਣ ਹੈ। ਮੰਨ ਲਓ ਤੁਸੀਂ ਕੋਠੇ ਦੇ ਉੱਪਰ ਖੜੇ ਆ, ਕੋਠੇ ਤੋਂ ਤੁਸੀਂ ਕੋਈ ਚੀਜ਼ ਥੱਲੇ ਵੱਲ ਸੁੱਟ ਦਿੱਤੀ, ਤੁਹਾਡੇ ਹੱਥ ਵਿੱਚ ਕੋਈ ਵੱਡਾ ਪੱਥਰ ਹੋ ਸਕਦਾ, ਕੋਈ ਬਾਲ ਹੋ ਸਕਦੀ ਆ, ਕੋਈ ਵੀ ਚੀਜ਼ ਹੋ ਸਕਦੀ ਆ। ਜਦੋਂ ਤੁਸੀਂ ਆਪਣੇ ਕੋਠੇ ਤੋਂ ਕੋਈ ਚੀਜ਼ ਹੇਠਾਂ ਵੱਲ ਨੂੰ ਸੁੱਟੀ, ਤਾਂ ਜਿਹੜੀ ਉਹਦੀ ਵੈਲੋਸਿਟੀ ਹੋਏਗੀ, ਉਹਦੇ ਜਿਹੜਾ ਵੇਗ ਹੋਏਗਾ, ਪਰਿਵੇਗ ਹੋਏਗਾ, ਉਹ ਕੀ ਹੋਏਗਾ, ਇੱਕ ਸਮਾਨ ਹੋਏਗਾ। ਸੋ ਇਹਦੀ ਇੱਕ ਯੂਨੀਫਾਰਮ ਐਕਸਲਰੇਸ਼ਨ ਜਾਂ ਸਮਾਨ ਪਰਿਵੇਗ ਦੀ ਕੀ ਆ, ਇੱਕ ਉਦਾਹਰਣ ਹੈ। ਦੂਜੇ ਪਾਸੇ ਇੱਕ ਵਸਤੂ ਅਸਮਾਨ ਪਰਿਵੇਗ, ਠੀਕ ਹੈ, ਅਸਮਾਨ ਜਿਹਦੇ ਵਿੱਚ ਇੱਕੋ ਜਿਹਾ ਪਰਿਵੇਗ ਨਾ ਹੋਵੇ, ਉਸ ਦਾ ਵੇਗ ਸਮਾਨ ਦਰ ਨਾਲ ਬਦਲਦਾ ਹੈ। ਉਸ ਦਾ ਵੇਗ ਕੀ ਹੋਏਗਾ, ਬਾਰ-ਬਾਰ ਬਦਲਦਾ ਹੋਏਗਾ। ਉਦਾਹਰਨ ਦੇ ਤੌਰ 'ਤੇ ਜੇਕਰ ਇੱਕ ਕਾਰ ਸਿੱਧੀ ਸੜਕ 'ਤੇ ਚੱਲਦੀ ਹੋਏ ਬਰਾਬਰ ਸਮੇਂ ਅੰਤਰਾਲ ਵਿੱਚ ਅਸਮਾਨ ਦਰ ਨਾਲ ਚੱਲਦੀ ਹੈ, ਮੰਨ ਲਓ ਤੁਸੀਂ A ਤੋਂ ਲੈ ਕੇ B ਪੁਆਇੰਟ ਤੱਕ ਗਏ, ਠੀਕ ਹੈ, ਉਹਨੇ 5 ਕਿਲੋਮੀਟਰ 100 ਦੀ ਸਪੀਡ ਨਾਲ ਚਲਾਇਆ, ਅਗਲਾ 5 ਕਿਲੋਮੀਟਰ 20 ਦੀ ਸਪੀਡ ਨਾਲ ਚਲਾਇਆ, ਅਗਲਾ 5 ਕਿਲੋਮੀਟਰ ਜਿਹੜਾ ਆ ਉਹ ਹੋਈ ਹੈ 150 ਦੀ ਸਪੀਡ ਨਾਲ ਚਲਾਇਆ। ਮਤਲਬ ਤੁਹਾਡੀ ਹਰ ਵਾਰੀ ਵੇਗ ਕੀ ਆ, ਬਦਲਦਾ ਪਿਆ। ਸੋ ਉੱਥੇ ਕੀ ਹੋਏਗਾ, ਤੁਹਾਡੀ ਉਦਾਹਰਣ ਹੋਏਗੀ ਅਸਮਾਨ ਪਰਿਵੇਗ ਦੀ। ਬੱਚੇ ਦੋ ਚੀਜ਼ਾਂ ਕਲੀਅਰ ਹੋ ਗਈਆਂ, ਅਸੀਂ ਦੋ ਚੀਜ਼ਾਂ ਪੜ੍ਹ ਕੇ ਹਟੇ ਹਾਂ, ਪਰਿਵੇਗ, ਸਮਾਨ ਪਰਿਵੇਗ ਅਤੇ ਅਸਮਾਨ ਪਰਿਵੇਗ। ਠੀਕ ਹੈ ਜੀ। ਸੋ ਅੱਗੇ ਦੇਖੋ ਬੱਚੇ, ਇਹਦੀ ਉਦਾਹਰਣ ਪੜ੍ਹਦੇ ਹਾਂ ਆਪਾਂ। ਠੀਕ ਹੈ, ਸੋ ਅੱਗੇ ਨੂਮੈਰੀਕਲ ਦਿੱਤਾ ਆ ਤੁਹਾਡੀ, ਰਾਹੁਲ ਵਿਰਾਮ ਅਵਸਥਾ ਵਿੱਚ ਖੜੀ ਸਾਈਕਲ ਨੂੰ ਚਲਾਉਂਦੇ ਸ਼ੁਰੂ ਕਰਦਾ ਹੈ। ਜਦੋਂ ਬੱਚੇ ਸਾਈਕਲ ਖੜਾ ਸੀ ਤਾਂ ਉਹਦੀ ਜਿਹੜੀ ਆਰੰਭਿਕ ਵੈਲੋਸਿਟੀ ਆ, ਵੇਗ ਆ, ਉਹ ਕਿੰਨਾ ਹੋਏਗਾ, ਯੂ ਕਿੰਨੀ ਆ, 0। ਯੂ ਕੀ ਆ, ਤੁਹਾਡੀ ਆਰੰਭਿਕ ਵੇਗ। ਠੀਕ ਹੈ, ਜਿੱਥੇ ਉਹਨੂੰ ਸ਼ੁਰੂ ਕੀਤਾ ਆ। ਸੋ ਖਤਮ ਹੋਣੇ ਅਤੇ 30 ਸੈਕਿੰਡ ਵਿੱਚ 6 ਮੀਟਰ ਪਰ ਸੈਕਿੰਡ ਦੇ ਵੇਗ ਨਾਲ ਪ੍ਰਾਪਤ ਕਰਦਾ ਹੈ। ਸੋ 30 ਸੈਕਿੰਡ ਕੀ ਆ, ਤੁਹਾਡਾ ਸਮਾਂ। ਸੋ ਇਹ ਟਾਈਮ ਦਿੱਤਾ ਗਿਆ ਆ। ਅੱਗੇ ਕੀ ਹੈ, 6 ਮੀਟਰ ਪਰ ਸੈਕਿੰਡ ਕੀ ਆ, ਤੁਹਾਡਾ ਅੰਤਿਮ ਵੇਗ, ਜਿਹਨੂੰ ਅਸੀਂ ਫਾਈਨਲ ਵੈਲੋਸਿਟੀ V ਦੇ ਨਾਲ ਲਿਖਦੇ ਹਾਂ। ਸੋ ਸਾਨੂੰ ਤਿੰਨ ਚੀਜ਼ਾਂ ਗਿਵਨ ਆ, ਆਰੰਭਿਕ U = 0, ਅੰਤਿਮ ਮਤਲਬ ਅਖੀਰ ਵਾਲੀ ਵੈਲੋਸਿਟੀ V = 6 ਅਤੇ ਟਾਈਮ ਕਿੰਨਾ ਲੱਗਿਆ, 60 ਸੈਕਿੰਡ। ਉਹਨਾਂ ਨੇ ਕਿਹਾ ਕਿ ਇਸ ਦਾ ਪਰਿਵੇਗ ਪਤਾ ਕਰੋ। ਸੋ ਪਰਿਵੇਗ ਦਾ ਫਾਰਮੂਲਾ ਕੀ ਆ, V - U / T। ਸੋ ਅਸੀਂ ਕੀ ਕਰਾਂਗੇ, ਇਹਦੇ ਫਾਰਮੂਲੇ ਦੇ ਵਿੱਚ ਇਸਦੀਆਂ ਵੈਲਿਊਜ਼ ਪੁੱਟ ਕਰਾਂਗੇ ਤਾਂ ਇੱਥੋਂ ਤੁਹਾਡੀ ਇੱਕ ਪਰਿਵੇਗ ਦਾ ਜਿਹੜਾ ਆਨਸਰ ਆ ਉਹ ਨਿਕਲ ਆਵੇਗਾ। ਦੂਸਰਾ ਉਹਨਾਂ ਨੇ ਕਿਹਾ ਕਿ ਜਦੋਂ ਉਹ ਸਾਈਕਲ ਚੱਲਦੀ ਸੀ ਤਾਂ ਉਹ ਇਸ ਤਰ੍ਹਾਂ ਦੀ ਬ੍ਰੇਕ ਲਗਾਉਂਦਾ ਹੈ ਕਿ ਸਾਈਕਲ ਦਾ ਵੇਗ ਅਗਲੇ 5 ਸੈਕਿੰਡ ਵਿੱਚ ਘਟ ਕੇ 4 ਮੀਟਰ ਪਰ ਸੈਕਿੰਡ ਹੋ ਜਾਂਦਾ। ਹੁਣ ਇਨੀਸ਼ੀਅਲ ਵੈਲੋਸਿਟੀ, ਸ਼ੁਰੂਆਤੀ ਵੈਲੋਸਿਟੀ ਕਿੰਨੀ ਆ, 6 ਮੀਟਰ ਪਰ ਸੈਕਿੰਡ, ਅਤੇ ਅੰਤਿਮ ਵੈਲੋਸਿਟੀ ਕਿੰਨੀ ਆ, ਵੇਗ ਕਿੰਨਾ ਆ, 4 ਮੀਟਰ ਪਰ ਸੈਕਿੰਡ, ਅਤੇ ਟਾਈਮ ਕਿੰਨਾ ਲੱਗਿਆ, 30 ਸੈਕਿੰਡ। ਹੁਣ ਅਗੇਨ ਬੱਚੇ ਸਾਨੂੰ ਤਿੰਨ ਚੀਜ਼ਾਂ ਪਤਾ ਆ, ਅਸੀਂ ਪਰਿਵੇਗ ਪਤਾ ਕਰਨਾ। ਪਰਿਵੇਗ ਦਾ ਫਾਰਮੂਲਾ ਕੀ ਆ, V - U / T। ਸੋ ਇਹਨੂੰ ਸੋਲਵ ਕੀਤਾ ਤਾਂ ਇਸ ਤਰੀਕੇ ਨਾਲ ਤੁਹਾਡੀ ਅਗਲਾ ਆਨਸਰ ਆ ਗਿਆ। ਠੀਕ ਹੈ ਜੀ।